ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਵਿਸ਼ਰਾਮ, ਉਚਾਰਨ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। ਗੁਰਬਾਣੀ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਗਏ ਆ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ ਮਤਲਬ ਥੋੜਾ ਜਿਹਾ ਰੁਕਣਾ, ਅਰਧ ਵਿਸ਼ਰਾਮ ਥੋੜਾ ਜਿਹਾ ਜ਼ਿਆਦਾ ਰੁਕਣਾ, ਅਰਧ ਵਿਸ਼ਰਾਮ ਮਤਲਬ ਥੋੜਾ ਜਿਹਾ ਜ਼ਿਆਦਾ ਰੁਕਣਾ। ਪੂਰਨ ਵਿਸ਼ਰਾਮ ਦੋ ਡੰਡੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਗੀਆਂ ਹੋਈਆਂ। ਸੋ ਜਦੋਂ ਆਪਾਂ ਕੋਈ ਵੀ ਆਪਣਾ ਚੈਪਟਰ YouTube ਤੇ ਦੇਖਾਂਗੇ, ਜਦੋਂ ਪੌੜੀ ਜਪਜੀ ਸਾਹਿਬ ਦੇ ਅਰਥ ਪੌੜੀਆਂ ਦੇ ਨਾਲ ਦੇਖਾਂਗੇ, ਤਾਂ ਉੱਥੇ ਜਦੋਂ ਆਪਾਂ ਐਰੋ ਕਲਿੱਕ ਕਰਨਾ, ਐਰੋ ਕਲਿੱਕ ਕਰਾਂਗੇ, ਜਦੋਂ ਅੰਦਰਲੇ ਪਾਸੇ ਜਾ ਕੇ ਆਪਾਂ ਦੇਖਾਂਗੇ ਕਿ ਉੱਥੇ ਵਿਸ਼ਰਾਮਾਂ ਦੇ ਨਾਮ ਲਿਖੇ ਹੋਏ ਆ। ਸਾਰੇ ਵਿਸ਼ਰਾਮਾਂ ਦੇ ਅਲਪ, ਅਰਧ ਵਿਸ਼ਰਾਮ, ਉਹ ਤੇ ਉਹਨਾਂ ਦੀ ਸ਼ਕਲ ਸੂਰਤ ਕਿਵੇਂ ਦੀ ਆ। ਤਾਂ ਉਹਦੇ ਨਾਲ ਉਦਾਹਰਨ ਵੀ ਦਿੱਤੀ ਹੋਈ ਇੱਕ ਪੰਕਤੀ ਦੇ ਨਾਲ, ਵੀ ਐਵੇਂ ਆ ਅਲਪ ਵਿਸ਼ਰਾਮ ਇੱਥੇ ਰੁਕਣਾ, ਅਰਧ ਵਿਸ਼ਰਾਮ ਇਹਨੂੰ ਕਹਿੰਦੇ ਇੱਥੇ ਹੋ ਜਾਂਦਾ, ਐਵੇਂ ਉਚਾਰਨ ਕਰਨਾ ਹੁੰਦਾ। ਠੀਕ ਹੈ ਜੀ। ਸੋ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 13 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ ਆ। ਹੁਣ ਆਪਾਂ ਇਸ ਤੋਂ ਅਗਲੀ ਪੌੜੀ 14ਵੀਂ ਪੌੜੀ ਦੇ ਅਰਥ, ਵਿਸ਼ਰਾਮ ਤੇ ਉਚਾਰਨ ਸਰਵਣ ਕਰਦੇ ਹਾਂ ਜੀ। ਇਹ ਜੋ ਆਪਾਂ ਅਸੀਂ ਸੁਣ ਰਹੇ ਹਾਂ ਮੰਨੈ ਵਾਲੀਆਂ ਪੌੜੀਆਂ, ਤਾਂ ਇੱਥੇ ਹੁਣ ਸਾਰੀਆਂ ਥਾਵਾਂ ਤੇ ਮੰਨੈ ਤੇ ਵਿਸ਼ਰਾਮ ਲੱਗਣਾ। ਠੀਕ ਹੈ ਨਾ। ਮੰਨੈ ਤੇ ਰੁਕਣਾ ਥੋੜਾ ਜਿਹਾ, ਵਿਸ਼ਰਾਮ ਹੀ ਰੁਕਣਾ। ਤਾਂ ਹੁਣ ਅਸੀਂ 14ਵੀਂ ਪੌੜੀ ਸਰਵਣ ਕਰੀਏ ਜੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਤੇ ਥੋੜਾ ਜਿਹਾ ਰੁਕਾਂਗੇ। ਮੰਨੈ ਮਾਰਗ ਠਾਕ ਨਾ ਪਾਏ, ਇਸ ਦਾ ਅਰਥ ਹੈ ਕਿ ਵਾਹਿਗੁਰੂ ਉੱਤੇ ਭਰੋਸਾ ਕਰਨ ਵਾਲੇ, ਵਾਹਿਗੁਰੂ ਉੱਤੇ ਭਰੋਸਾ ਕਰਨ ਵਾਲੇ, ਮੰਨੈ ਮਤਲਬ ਭਰੋਸਾ ਕਰਨ ਲੈਣਾ। ਵਾਹਿਗੁਰੂ ਉੱਤੇ ਭਰੋਸਾ ਕਰਨ ਵਾਲੇ ਦੇ ਰਸਤੇ ਵਿੱਚ ਵਿਘਨ ਅਤੇ ਰੁਕਾਵਟਾਂ ਨਹੀਂ ਆਉਂਦੀਆਂ। ਠਾਕ ਮੀਨਸ ਵਿਘਨ ਜਾਂ ਰੁਕਾਵਟ। ਮਾਰਗ ਠਾਕ ਨਾ ਪਾਏ, ਮਾਰਗ ਮਤਲਬ ਰਸਤਾ, ਠਾਕ ਮਤਲਬ ਵਿਘਨ ਜਾਂ ਰੁਕਾਵਟ। ਜੋ ਪ੍ਰਮਾਤਮਾ ਉੱਤੇ ਭਰੋਸਾ ਕਰਦੇ ਹਨ ਭਾਈ, ਉਹਨਾਂ ਦੇ ਰਸਤੇ ਦੇ ਵਿੱਚ ਵਿਘਨ ਜਾਂ ਰੁਕਾਵਟਾਂ ਨਹੀਂ ਆਉਂਦੀਆਂ। ਮੰਨੈ ਪਤ ਸਿਉ ਪ੍ਰਗਟ ਜਾਏ, ਇੱਥੇ ਵੀ ਮੰਨੈ ਤੇ ਵਿਸ਼ਰਾਮ ਹੈ। ਮੰਨੈ ਪਤ ਸਿਉ ਪ੍ਰਗਟ ਜਾਏ, ਇਹਨੂੰ ਪਤ ਨਹੀਂ ਬੋਲਣਾ, ਪਤ 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 ਮਤਲਬ ਹੁੰਦਾ ਇੱਜ਼ਤ ਨਾ, ਇੱਜ਼ਤ ਦੇ ਨਾਲ। ਤੋ ਇਸ ਤਰ੍ਹਾਂ ਆਪਾਂ ਮੰਨੇ ਤੇ ਵਿਸ਼ਰਾਮ ਲਾ ਕੇ ਉਚਾਰਨ। ਮੰਨੈ ਪਤ ਸਿਉ ਪ੍ਰਗਟ ਜਾਏ, ਸੋ ਇਸ ਦਾ ਅਰਥ ਹੈ ਕਿ ਵਾਹਿਗੁਰੂ ਨੂੰ ਮੰਨਣ ਵਾਲਾ ਸੰਸਾਰ ਵਿੱਚ ਇੱਜ਼ਤ ਪਾਉਂਦਾ ਅਤੇ ਅੰਤ ਸਮੇਂ ਪ੍ਰਸਿੱਧ, ਪ੍ਰਗਟ ਮੀਨਸ ਪ੍ਰਸਿੱਧ ਹੋ ਕੇ ਜਾਂਦਾ, ਭਾਵ ਸਾਰਿਆਂ ਵਿੱਚ ਜਾਣਿਆ ਤੇ ਸਨਮਾਨਿਆ ਜਾਂਦਾ। ਜਿਹੜੇ ਨਾਮ ਜਪਦੇ ਆ ਉਹਨਾਂ ਦੀ, ਜੋ ਪ੍ਰਮਾਤਮਾ ਨੂੰ ਮੰਨ ਲੈਂਦੇ ਆ, ਉਹਨਾਂ ਦੀ ਸੰਸਾਰ ਵਿੱਚ ਵੀ ਇੱਜ਼ਤ ਤੇ ਮਾਣ ਹੁੰਦਾ ਹੈ, ਤੇ ਅੰਤ ਸਮੇਂ ਵਿੱਚ ਵੀ ਉਹ ਸਾਰਿਆਂ ਵਿੱਚ ਪ੍ਰਗਟ, ਭਾਵ ਪ੍ਰਗਟ ਹੋ ਕੇ ਜਾਂਦੇ, ਸਾਰਿਆਂ ਦੀ ਜਾਣ ਪਛਾਣ ਦੇ ਪਾਤਰ ਬਣ ਜਾਂਦੇ ਆ। ਸਾਰੇ ਉਹਨਾਂ ਨੂੰ ਜਾਣਨ ਲੱਗ ਜਾਂਦੇ ਤੇ ਸਾਰੇ ਉਹਨਾਂ ਨੂੰ ਮਾਣ ਸਨਮਾਨ ਦੇਣ ਲੱਗ ਜਾਂਦੇ ਆ। ਬਹੁਤ ਸਾਰੇ ਆਪਾਂ ਲੋਕ ਦੇਖੇ, ਜਿਵੇਂ ਗੁਰਬਾਣੀ 'ਚ ਵੀ ਲਿਖਿਆ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚੌਂਕੁਟ ਮਾਨੈ। ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਸਿਰ ਉਦਾਸ ਜਾਤ ਦੇ ਚਮਾਰ ਸੀ, ਉਹਨਾਂ ਨੂੰ ਕੌਣ ਜਾਣਦਾ ਸੀ, ਪਰ ਨਾਮ ਜਪਣ ਕਰਕੇ ਉਹਨਾਂ ਨੂੰ ਸਾਰਾ ਸੰਸਾਰ ਜਾਣਨ ਲੱਗ ਗਿਆ। ਕਬੀਰ ਜੀ ਹੋਈ ਸੀ, ਕਬੀਰ ਜੀ ਜਾਤ ਦੇ ਜੁਲਾਹੇ ਸੀ, ਉਹਨਾਂ ਨੂੰ ਕੌਣ ਜਾਣਦਾ ਸੀ, ਪਰ ਨਾਮ ਜਪਣ ਕਰਕੇ ਸਾਰਾ ਸੰਸਾਰ ਜਾਣਨ ਲੱਗ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਵਾਰੀ ਪੁੱਛਿਆ ਦਰਬਾਰ ਦੇ ਵਿੱਚ, ਬਈ ਦੱਸੋ ਕਬੀਰ ਜੀ ਵੇਲੇ ਬਾਦਸ਼ਾਹ ਕੌਣ ਸੀ? ਕਬੀਰ ਜੀ ਵੇਲੇ ਬਾਦਸ਼ਾਹ ਕੌਣ ਸੀ? ਤਾਂ ਸਾਰੇ ਚੁੱਪ ਕਰ ਗਏ, ਕਿਸੇ ਨੂੰ ਕੋਈ ਜਵਾਬ ਨਾ ਆਇਆ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਵੀ ਇਹ ਦੇਖੋ ਤੁਸੀਂ, ਨਾਮ ਦੀ ਮਹਿਮਾ ਵੀ ਕਬੀਰ ਜੀ ਨੂੰ ਸਾਰੇ ਜਾਣਦੇ ਆ, ਪਰ ਉਸ ਸਮੇਂ ਦੇ ਬਾਦਸ਼ਾਹ ਦਾ ਨਾਮ ਕਿਸੇ ਦੇ ਵੀ ਯਾਦ ਨਹੀਂ ਆ।
ਕਿਉਂ? ਕਿਉਂਕਿ ਕਬੀਰ ਜੀ ਨੇ ਨਾਮ ਜਪਿਆ, ਇਸ ਕਰਕੇ ਉਹਨਾਂ ਨੂੰ ਸਾਰੇ ਜਾਣਦੇ ਆ। ਤੇ ਉਸ ਸਮੇਂ ਦੇ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ। ਇਹਦਾ ਮਤਲਬ ਬਾਦਸ਼ਾਹ ਨਾਲੋਂ ਕਬੀਰ ਜੀ ਵੱਡੇ ਹੋਏ। ਇਹ ਨਾਮ ਦੀ ਮਹਿਮਾ ਹੈ। ਉਸ ਵੇਲੇ ਬਾਦਸ਼ਾਹ ਸਿਕੰਦਰ ਲੋਧੀ ਸੀਗਾ, ਪਰ ਸਿਕੰਦਰ ਲੋਧੀ ਨੂੰ ਕੌਣ ਜਾਣਦਾ? ਜੇ ਕੋਈ ਜਾਣਦਾ ਹੋਇਆ ਵੀ ਤਾਂ ਉਸ ਦੇ ਇਲਾਕੇ ਦੇ ਵਿੱਚ ਜਾਣਦੇ ਹੋਣੇ ਆ, ਜਾਂ ਥੋੜ੍ਹੇ ਬਹੁਤੇ ਲੋਕ ਹੋਰ ਜਾਣਦੇ ਹੋਣੇ ਆ। ਤੇ ਕਬੀਰ ਜੀ ਨੂੰ ਤਾਂ ਨਿੱਕਾ ਨਿੱਕਾ ਬੱਚਾ ਵੀ ਜਾਣਦਾ, ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰੇ ਜਾਣਦੇ ਆ, ਔਰ ਹਰ ਥਾਂ ਤੇ ਜਾਣਦੇ ਆ। ਕਬੀਰ ਜੀ ਦੇ ਦੋਹਰੇ ਹਿੰਦੂ ਮਤ ਦੇ ਵਿੱਚ ਵੀ ਪੜ੍ਹੇ ਜਾਂਦੇ ਆ। ਕਬੀਰ ਪੰਥੀ ਤਾਂ ਪੜ੍ਹਦੇ ਹੀ ਪੜ੍ਹਦੇ ਆ। ਗੁਰੂ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵਾਰ-ਵਾਰ ਉਹਨਾਂ ਦਾ ਨਾਮ ਆਉਂਦਾ। ਜਿੱਥੇ ਜਿੱਥੇ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਏ ਹਨ, ਪ੍ਰਕਾਸ਼ਮਾਨ ਹਨ, ਉੱਥੇ ਉੱਥੇ ਸਾਰੇ ਥਾਵਾਂ ਤੇ ਕਬੀਰ ਜੀ ਦਾ ਨਾਮ ਲਿਆ ਜਾਂਦਾ। ਇਹ ਨਾਮ ਦੀ ਮਹਿਮਾ। ਗੁਰੂ ਜੀ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਨੂੰ ਮੰਨ ਲੈਂਦੇ ਆ ਉਹ ਸੰਸਾਰ ਵਿੱਚ ਇੱਜ਼ਤ ਪਾਉਂਦੇ ਆ, ਤੇ ਅੰਤ ਸਮੇਂ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਜਾਂਦੇ ਆ, ਮਾਣ ਸਨਮਾਨ ਪਾ ਕੇ ਜਾਂਦੇ ਆ। ਦੈਨ ਮੰਨੈ ਮਗਨ ਚੱਲੈ ਪੰਥ, ਮੰਨੈ ਤੇ ਵਿਸ਼ਰਾਮ। ਮੰਨੈ ਮਗਨ ਚੱਲੈ ਪੰਥ। ਇਹ ਜਿਹੜਾ ਇੱਥੇ ਮਗ ਹੈ ਨਾ, ਮਗ ਦਾ ਅਰਥ ਹੁੰਦਾ ਮਾਰਗ, ਰਸਤਾ। ਠੀਕ ਹੈ। ਜੇ ਇਹਨੂੰ ਮੰਮੇ ਨੂੰ ਭਾਰਾ ਕਰਕੇ ਬੋਲਾਂਗੇ ਮੱਗ, ਮੱਗ ਨਹੀਂ ਕਹਿਣਾ। ਮੱਗ ਮੀਨਸ ਹੁੰਦਾ ਕੌਫੀ ਮੱਗ, ਚਾਹ ਵਾਲਾ ਮੱਗ, ਕੌਫੀ ਮੱਗ। ਉਹ ਮੱਗ ਹੁੰਦਾ ਕੋਈ ਜ਼ਾਰ ਵਗੈਰਾ, ਜੇ ਉਸ ਨੂੰ ਮੱਗ ਕਹਿੰਦੇ ਆ। ਬਟ ਮੱਗ ਦਾ ਜਦੋਂ ਮੱਗ ਬੋਲਾਂਗੇ ਤਾਂ ਮੀਨਿੰਗ ਕੋਈ ਵੀ ਨਹੀਂ ਬਣਨਾ, ਰੋਂਗ ਮੀਨਿੰਗ ਹੋ ਜਾਣਾ। ਪੋਲਾ ਜਿਹਾ ਬੋਲਣਾ ਮਗ, ਮਗ। ਮਗ ਮੀਨਸ ਮਾਰਗ, ਰਸਤਾ। ਓਕੇ। ਮੰਨੈ ਮਗ ਨ ਚੱਲੈ ਪੰਥ। ਰੱਬ ਨੂੰ ਮੰਨਣ ਵਾਲਾ ਮਨਮਤ ਜਾਂ ਪਖੰਡ ਵਾਲੇ ਹੋਰ ਰਸਤਿਆਂ ਉੱਪਰ ਨਹੀਂ ਚੱਲਦਾ। ਪੰਥ ਮਤਲਬ ਇੱਕ ਰਸਤਾ, ਪਰ ਇੱਥੇ ਪੰਥ ਦਾ ਅਰਥ ਕਰਾਂਗੇ ਪਖੰਡ ਵਾਲਾ ਰਾਹ। ਮਗ ਨ ਚੱਲੈ ਪੰਥ, ਪਰਮਾਤਮਾ ਨੂੰ ਮੰਨਣ ਵਾਲੇ ਮਨਮਤ ਜਾਂ ਪਖੰਡਾਂ ਵਾਲੇ ਰਸਤਿਆਂ ਉੱਪਰ ਨਹੀਂ ਚੱਲਦੇ। ਮੰਨੈ ਧਰਮ ਸੇਤੀ ਸੰਬੰਧ। ਮੰਨੈ ਤੇ ਵਿਸ਼ਰਾਮ। ਮੰਨੈ ਧਰਮ ਸੇਤੀ ਸੰਬੰਧ। ਇਸ ਦਾ ਅਰਥ ਹੈ ਕਿ ਪਰਮਾਤਮਾ ਨੂੰ ਮੰਨ ਲੈਣ ਨਾਲ ਜੀਵ ਦਾ ਰਿਸ਼ਤਾ ਸੱਚਾਈ ਨਾਲ ਜੁੜ ਜਾਂਦਾ ਹੈ। ਸੰਬੰਧ ਮਤਲਬ ਰਿਸ਼ਤਾ, ਧਰਮ ਮਤਲਬ ਸੱਚਾਈ, ਸੇਤੀ ਮਤਲਬ ਨਾਲ। ਓਕੇ। ਧਰਮ, ਸੱਚਾਈ, ਸੇਤੀ, ਜੁੜਨਾ ਨਾਲ, ਸੰਬੰਧ, ਰਿਸ਼ਤਾ। ਧਰਮ, ਸੇਤੀ, ਸੰਬੰਧ। ਮੰਨੈ ਧਰਮ ਸੇਤੀ ਸੰਬੰਧ। ਪਰਮਾਤਮਾ ਨੂੰ ਮੰਨ ਲੈਣ ਨਾਲ ਜੀਵ ਦਾ ਰਿਸ਼ਤਾ ਧਰਮ ਨਾਲ ਜੁੜ ਜਾਂਦਾ ਹੈ, ਸੱਚ ਨਾਲ ਜੁੜ ਜਾਂਦਾ ਹੈ। ਐਸਾ ਨਾਮ ਨਰੰਜਨ ਹੋਏ। ਨਾਮ ਤੇ ਵਿਸ਼ਰਾਮ ਇੱਕੋ ਹੀ। ਐਸਾ ਨਾਮ ਨਰੰਜਨ ਹੋਏ। ਇਹਨੂੰ ਨਰੰਜਨ ਨਹੀਂ ਕਹਿਣਾ ਆਪਾਂ, ਨਰੰਜਨ ਨਹੀਂ ਕਹਿਣਾ, ਨਰੰਜਨ। ਨੰਨੇ ਨੰਨਾ ਰਾਰੇ ਸਿਹਾਰੀ, ਨਿਰੰਜਨ ਨਹੀਂ ਕਹਿਣਾ, ਨਿਰੰਜਨ ਨੰਨੇ ਸਿਹਾਰੀ ਲਾਉਣੀ ਹੈ। ਨਿਰੰਜਨ, 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 ਇਸ ਤਰ੍ਹਾਂ ਉਚਾਰਨ ਕਰਨਾ। ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਇਹੋ ਜਿਹਾ ਹੈ ਭਾਈ ਜੋ ਦਾਗ ਅਤੇ ਦੋਸ਼ ਤੋਂ ਰਹਿਤ ਹੈ। ਜੇ ਕੋ ਮਨ ਜਾਣੈ ਮਨ ਕੋਏ। ਪਹਿਲਾ ਮਨ ਮਤਲਬ ਮੰਨ ਲੈਣਾ, ਦੂਜਾ ਮਨ ਮਤਲਬ ਸਾਡਾ ਹਿਰਦਾ। ਇਸ ਤਰ੍ਹਾਂ ਪਹਿਲੇ ਮਨ ਨੂੰ ਭਾਰਾ ਕਰਕੇ ਬੋਲਣਾ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਆਪਣੇ ਮਨ ਵਿੱਚ ਭਰੋਸਾ ਧਾਰ ਲਵੇ ਤਾਂ ਉਹ ਆਪਣੇ ਮਨ ਵਿੱਚ ਇਸ ਗੱਲ ਨੂੰ ਸਮਝ ਲਵੇਗਾ। ਦੈਨ 14 ਪੌੜੀਆਂ ਹੋ ਗਈਆਂ। 15ਵੀਂ ਪੌੜੀ ਪੜ੍ਹਦੇ ਹੁਣ ਆਪਾਂ। ਮੰਨੈ ਵਾਲੀ ਅੰਤਲੀ ਪੌੜੀ ਹੈ। ਮੰਨੈ ਪਾਵਹਿ ਮੋਖ ਦੁਆਰ। ਮੰਨੈ ਤੇ ਵਿਸ਼ਰਾਮ ਇੱਕੋ ਹੀ। ਫਿਰ ਇੱਥੇ ਅਸੀਂ ਪਾਵਹਿ ਬੋਲਣਾ। ਪੱਪੇ ਕੰਨਾ ਵਾਵਾ ਹਾਹੇ ਸਿਹਾਰੀ ਪਾਵਹਿ। ਪਾਵਹਿ ਨਹੀਂ ਬੋਲਣਾ। ਓਕੇ। ਰੌਂਗ ਉਚਾਰਨ ਨਹੀਂ ਕਰਨਾ। ਪਾਵਹਿ, ਪਾਵਹਿ, ਇਸ ਤਰ੍ਹਾਂ। ਮੰਨੈ ਪਾਵਹਿ ਮੋਖ ਦੁਆਰ, ਜਿਸ ਦਾ ਅਰਥ ਹੈ ਕਿ ਵਾਹਿਗੁਰੂ ਦੀ ਆਗਿਆ ਤੇ ਰਜਾ ਮੰਨਣ ਵਾਲਾ। ਵਾਹਿਗੁਰੂ ਦੀ ਆਗਿਆ ਅਤੇ ਰਜਾ ਮੰਨਣ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ। ਮੋਖ ਮੀਨਸ ਮੁਕਤੀ।
द्वार मीन्स दरवाजा। वाहिगुरु दी आग्या मन ते रजा मनन वाला मुक्ति दा दरवाजा पा लैंदा है। मन्नै परवारै साधार, मन्नै ते विश्राम आ, ਇੱਕੋ ਹੀ ਵਿਸ਼ਰਾਮ। ਪਰ ਇੱਥੇ ਸਾਡੇ ਕੋਲੋਂ ਇੱਕ ਗਲਤੀ ਹੋ ਜਾਂਦੀ ਹੈ। ਅਸੀਂ ਬੋਲਦੇ ਹਾਂ ਮੰਨੈ ਪਰਿਵਾਰ ਸੁਧਾਰ, ਸੁਧਾਰ ਸੱਸੇ ਨੂੰ ਜਿਹੜਾ ਕੰਨਾ ਲੱਗਿਆ ਉਹ ਸਿਖਾ ਜਾਂਦੇ ਹਾਂ, ਸਾਇਲੈਂਟ ਹੋ ਜਾਂਦਾ, ਬੋਲਦੇ ਨਹੀਂ। ਉਹ ਸੱਸੇ ਨੂੰ ਕੰਨਾ ਜਿਹੜਾ ਲੱਗਿਆ ਉਹ ਬੋਲਣਾ, ਅਸੀਂ ਛੱਡਣਾ ਨਹੀਂ ਗਾ। ਸਾਧਾਰ, ਸਾਧਾਰ, ਸਾਧਾਰ ਮੰਨੈ ਪਰਿਵਾਰੈ ਸਾਧਾਰ। ਇਸ ਤਰ੍ਹਾਂ ਪਰਿਵਾਰੇ ਨਹੀਂ ਬੋਲਣਾ, ਰਾਰੇ ਨੂੰ ਦੋ ਲਾਵਾਂ ਲੱਗੀਆਂ, ਰੈ ਬੋਲਣਾ, ਰੈ ਪਰਿਵਾਰੈ, ਪਰਿਵਾਰੈ। ਇਸ ਤਰ੍ਹਾਂ ਮੰਨੈ ਪਰਿਵਾਰੈ ਸਾਧਾਰ, ਜਿਸ ਦਾ ਅਰਥ ਹੈ ਕਿ ਵਾਹਿਗੁਰੂ ਨੂੰ ਮੰਨਣ ਵਾਲਾ ਮਨੁੱਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਸੁਧਾਰ ਲੈਂਦਾ ਹੈ। ਭਾਵ ਗੁਰੂ ਨਾਲ ਜੋੜ ਲੈਂਦਾ। ਪਰਿਵਾਰ ਹੈ ਮੀਨਸ ਪਰਿਵਾਰ, ਰਿਸ਼ਤੇਦਾਰ। ਸਾਧਾਰ ਮਤਲਬ ਸੁਧਾਰ ਲੈਣਾ, ਜੋੜ ਲੈਣਾ। ਵਾਹਿਗੁਰੂ ਨੂੰ ਮੰਨਣ ਵਾਲਾ ਮਨੁੱਖ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਵੀ ਸੁਧਾਰ ਲੈਂਦਾ, ਭਾਵ ਵਾਹਿਗੁਰੂ ਨਾਲ, ਗੁਰੂ ਜੀ ਨਾਲ ਜੋੜ ਲੈਂਦਾ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਤੇ ਵਿਸ਼ਰਾਮ। ਇੱਥੇ ਬਹੁਤ ਵਾਰੀ ਅਸੀਂ ਸੁਣਦੇ ਹਾਂ ਵੀ ਸਾਡੇ ਕੋਲੋਂ ਮਿਸਟੇਕ ਹੁੰਦੀ ਹੈ, ਕਿਸੇ ਦੇ ਮੂੰਹ ਵੀ ਸੁਣਦੇ ਹਾਂ ਤਰੇ ਤਾਰੇ, ਤਰੇ ਤਾਰੇ ਗੁਰਸਿੱਖ ਬੋਲਦੇ ਹਾਂ ਅਸੀਂ। ਗੁਰਸਿੱਖ ਇਕੱਠਾ ਨਹੀਂ ਬੋਲਣਾ, ਗੁਰਸਿੱਖ ਨੂੰ ਥੋੜ੍ਹੀ ਜਿਹੀ ਸਪੇਸ ਦੇਣੀ ਹੈ। ਗੁਰਸਿੱਖ, ਜਦੋਂ ਅਸੀਂ ਗੁਰਸਿੱਖ ਬੋਲਾਂਗੇ ਉਦੋਂ ਇੱਕ ਵਰਡ ਹੋਊਗਾ, ਅਸੀਂ ਇੱਕ ਬੰਦੇ ਬਾਰੇ ਗੱਲ ਕਰ ਰਹੇ ਹਾਂ। ਜਦੋਂ ਇਕੱਠਾ ਗੁਰਸਿੱਖ ਬੋਲਾਂਗੇ ਮਤਲਬ ਅਸੀਂ ਕਿਸੇ ਗੁਰਸਿੱਖ ਬਾਰੇ ਗੱਲ ਕਰ ਰਹੇ ਹਾਂ। ਪਰ ਜੇ ਅਸੀਂ ਥੋੜ੍ਹੀ ਜਿਹੀ ਸਪੇਸ ਕਰਕੇ ਬੋਲਾਂਗੇ ਗੁਰਸਿੱਖ, ਗੁਰਸਿੱਖ, ਗੁਰੂ ਅਤੇ ਸਿੱਖ, ਗੁਰੂ ਅਤੇ ਸਿੱਖ। ਤਰੇ ਨਹੀਂ ਬੋਲਣਾ, ਤਰੈ ਬੋਲਣਾ, ਤਰੈ ਤਾਰੇ, ਤਰੇ ਤਾਰੇ ਨਹੀਂ ਬੋਲਣਾ, ਤਰੈ ਤਾਰੇ। ਇਸ ਤਰ੍ਹਾਂ ਤਰੈ। ਮੰਨੈ ਤਰੈ ਤਾਰੇ ਗੁਰਸਿੱਖ, ਵਾਹਿਗੁਰੂ ਤੇ ਭਰੋਸਾ ਮੰਨਣ ਵਾਲਾ ਮਨੁੱਖ ਆਪ ਵੀ ਤਰਦਾ ਹੈ ਅਤੇ ਹੋਰ ਕਈ ਸਿੱਖਾਂ ਨੂੰ ਵੀ ਤਾਰ ਦਿੰਦਾ, ਭਾਵ ਹੋਰਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ ਨਾ। ਗੁਰ ਸਿੱਖ, ਗੁਰੂ ਨੂੰ ਮੰਨਣ ਵਾਲਾ, ਵਾਹਿਗੁਰੂ ਤੇ ਭਰੋਸਾ ਰੱਖਣ ਵਾਲਾ ਆਪ ਵੀ ਤਰ ਜਾਂਦਾ ਤੇ ਹੋਰਨਾਂ ਨੂੰ ਵੀ ਤਾਰ ਦਿੰਦਾ। ਦੂਜਾ ਅਰਥ ਕਈ ਵਾਰੀ ਇੱਦਾਂ ਵੀ ਕੀਤਾ ਜਾਂਦਾ ਵੀ ਧੰਨੇ ਭਗਤ ਦੀ, ਤਰਲੋਚਨ ਦੀ ਐਗਜ਼ਾਮਪਲ ਦੇ ਕੇ ਜਾਂ ਹੋਰ ਕਈਆਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਵੀ ਕਈ ਵਾਰੀ ਜੋ ਸਾਨੂੰ ਸਿੱਖਿਆ ਦਿੰਦਾ, ਆ ਦੁਨਿਆਵੀ ਗੁਰੂ ਉਸਤਾਦ ਜਿਹੜੇ ਹੁੰਦੇ ਆ, ਇਹ ਸਾਨੂੰ ਸਿੱਖਿਆ ਦਿੰਦੇ ਆ, ਤਾਂ ਸਿੱਖਸ਼ਕ ਜਿਹੜਾ ਹੁੰਦਾ ਉਹਨਾਂ ਦੇ ਬਚਨ ਸੁਣ ਕੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਮਾਤਮਾ ਦਾ ਭਜਨ ਕਰਕੇ ਕੁਝ ਪਾ ਲੈਂਦਾ। ਪਰ ਜਿਹੜੇ ਸਾਨੂੰ ਸਿੱਖਿਆ ਦੇਣ ਵਾਲੇ ਹੁੰਦੇ ਆ ਉਹ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਆ। ਤੇ ਕਈ ਵਾਰੀ ਫਿਰ ਉਹ ਆਪਣੇ ਚੇਲੇ ਦੀਆਂ ਗੱਲਾਂ ਸੁਣ ਕੇ ਆਪਣੇ ਸਿੱਖਿਆ ਦੇ ਥਰੂ, ਉਸ ਦੇ ਰਾਹੀਂ ਪਰਮੇਸ਼ਰ ਨੂੰ ਪਾ ਲੈਂਦੇ ਆ। ਜਿਵੇਂ ਧੰਨੇ ਨੇ ਪੰਡਤ ਤਰਲੋਚਨ ਕੋਲੋਂ ਪੱਥਰ ਲਿਆ ਸੀ, ਤਾਂ ਪਰ ਧੰਨੇ ਨੇ ਉਹ ਪੱਥਰ ਨੂੰ ਰੱਬ ਮੰਨਿਆ ਸੀ, ਭਰੋਸਾ ਕੀਤਾ ਸੀ ਕਿ ਇਹੋ ਹੀ ਰੱਬ ਆ। ਉਹਨੂੰ ਜ਼ਿਆਦਾ ਗਿਆਨ ਨਹੀਂ ਸੀ ਇਹਨਾਂ ਚੀਜ਼ਾਂ ਦਾ, ਉਹਨੇ ਸੋਚਿਆ ਇਹੋ ਹੀ ਭਗਵਾਨ ਹੈ। ਪਰ ਉਹ ਉੱਥੇ ਬੈਠ ਗਿਆ ਭਗਵਾਨ ਨੂੰ ਭੋਗ ਲਵਾਉਣ ਵਾਸਤੇ। ਫਿਰ ਭਗਵਾਨ ਪ੍ਰਗਟ ਹੋਏ ਪ੍ਰਤੱਖ ਰੂਪ ਦੇ ਵਿੱਚ ਵੀ ਇਸ ਦਾ ਮੇਰੇ ਨਾਮ ਤੋਂ ਭਰੋਸਾ ਨਾ ਟੁੱਟ ਜਾਵੇ। ਫਿਰ ਉਹ ਪ੍ਰਮਾਤਮਾ ਧੰਨੇ ਦੇ ਸਾਰੇ ਕੰਮ ਕਰਦਾ। ਲੋਕਾਂ ਨੇ ਜਦੋਂ ਉਹਦੇ ਬ੍ਰਾਹਮਣ ਨੂੰ ਦੱਸਿਆ, ਮਤਲਬ ਗੁਰੂ ਕਹਿ ਸਕਦੇ ਹਾਂ ਅਸੀਂ ਉਸ ਨੂੰ, ਕਿਉਂਕਿ ਜਿਸ ਕੋਲੋਂ ਸਾਨੂੰ ਵੇ ਮਿਲਦਾ, ਜਿਸ ਕੋਲੋਂ ਸਾਨੂੰ ਰਸਤਾ ਮਿਲਦਾ, ਉਹ ਵੀ ਗੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਹੈਗੇ ਹੀ ਹੈਗੇ ਆ, ਪਰ ਜਿੱਥੋਂ ਸਾਨੂੰ ਵੇ ਮਿਲਦਾ ਉਹ ਵੀ, ਉਸ ਨੂੰ ਵੀ ਅਸੀਂ ਗੁਰੂ ਸ਼ਬਦ ਨਾਲ ਵਰਤਦੇ ਹਾਂ। ਉਸਤਾਦ ਜਾਂ ਗੁਰੂ, ਜਿਵੇਂ ਤਬਲਾ ਵਜਾਉਣ ਸਿਖਾਉਣ ਵਾਲਾ ਗੁਰੂ ਹੁੰਦਾ ਹੈ, ਬਾਜਾ ਸਿਖਾਉਣ ਵਾਲਾ ਗੁਰੂ ਹੁੰਦਾ ਹੈ, ਪੰਜਾਬੀ ਪੜ੍ਹਾਉਣ ਵਾਲਾ ਗੁਰੂ ਹੁੰਦਾ ਹੈ, ਹਿੰਦੀ ਪੜ੍ਹਾਉਣ ਵਾਲਾ ਗੁਰੂ ਹੁੰਦਾ ਹੈ, ਮੋਟਰਸਾਈਕਲ ਚਲਾਉਣਾ ਉਹ ਵੀ ਗੁਰੂ ਹੁੰਦਾ। ਇਸ ਤਰ੍ਹਾਂ ਦੇ ਜੋ ਕੰਮ ਸਾਨੂੰ ਸਿਖਾਉਂਦਾ ਹੈ ਉਹ ਵੀ ਸਾਡਾ ਗੁਰੂ ਉਸਤਾਦ ਹੁੰਦਾ। ਇਸ ਤਰ੍ਹਾਂ ਉਹਦੇ ਰਾਹੀਂ ਇਸ ਤਰ੍ਹਾਂ ਹੋਇਆ। ਫਿਰ ਜਦੋਂ ਧੰਨੇ ਨੂੰ ਰੱਬ ਦਿਖਦਾ ਤੇ ਤਰਲੋਚਨ ਕਹਿੰਦਾ ਜੀ ਮੈਨੂੰ ਤਾਂ ਕੁਝ ਦਿਖਦਾ ਨਹੀਂ ਗਾ, ਬ੍ਰਾਹਮਣ ਕਹਿੰਦਾ। ਤਾਂ ਉਸ ਬ੍ਰਾਹਮਣ ਨੂੰ ਕਿਹਾ ਧੰਨੇ ਨੇ, ਕਹਿੰਦੇ ਪੰਡਤ ਜੀ ਤੁਸੀਂ ਸ਼ਰਧਾ ਧਾਰਨ ਕਰਕੇ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਕਰੋ ਤੇ ਬੇਨਤੀ ਕਰੋ ਪਰਮੇਸ਼ਰ ਨੂੰ,
ਤੇ ਫਿਰ ਤੁਹਾਨੂੰ ਦਿਸੇਗਾ। ਉਹਨਾਂ ਨੇ ਜਦੋਂ ਸ਼ਰਧਾ ਧਾਰਨ ਕੀਤੀ ਤੇ ਧੰਨੇ ਨੇ ਪਰਮੇਸ਼ਰ ਨੂੰ ਆਖਿਆ ਕਿ ਹੇ ਪ੍ਰਮਾਤਮਾ, ਹੇ ਭਗਵਾਨ, ਮੈਂ ਤੈਨੂੰ ਪਹਿਲਾਂ ਕਦੇ ਦੇਖਿਆ ਨਹੀਂ ਸੀ, ਪਰ ਮੈਂ ਤੁਹਾਨੂੰ ਇਹਦੇ ਰਾਹੀਂ ਹੀ ਦੇਖਿਆ ਹੈ। ਜਿਵੇਂ ਤੁਲਸੀ ਜੀ ਦਾ ਦੋਹਰਾ ਆਉਂਦਾ ਨਾ, ਗੁਰੂ ਗੋਬਿੰਦ ਦੋਹੇ ਲੱਗੇ ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰੇ ਆਪਣੇ ਜਿਨ ਗੋਬਿੰਦ ਦੀਆ ਮਲਾਈ। ਵੀ ਜੇ ਸਾਨੂੰ ਕੋਈ ਉਸਤਾਦ ਮਿਲਿਆ ਤਾਂ ਸਾਨੂੰ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ। ਤਾਂ ਧੰਨੇ ਦੇ ਕਹਿਣ ਤੇ ਤਲੋਚਨ ਪੰਡਤ ਨੂੰ ਭਗਵਾਨ ਦੇ ਦਰਸ਼ਨ ਹੋ ਗਏ ਤੇ ਉਹ ਵੀ ਤਰ ਗਿਆ। ਇਸ ਤਰ੍ਹਾਂ ਵੀ ਆਪਾਂ ਇਸ ਦਾ ਅਰਥ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਵਿਦਾਂਤੀ ਅਰਥ ਹੈਗਾ ਉਹ ਇਹੋ ਹੀ ਬਣਦਾ ਕਿ ਜੋ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਉਹ ਆਪ ਵੀ ਤਰਦੇ ਆ ਤੇ ਹੋਰਨਾਂ ਕਈ ਸਿੱਖਾਂ ਨੂੰ ਵੀ ਤਾਰ ਲੈਂਦੇ ਆ, ਭਾਵ ਹੋਰਨਾਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਆ। ਦੈਨ ਮੰਨੈ ਨਾਨਕ ਭਵਹਿ ਨ ਭਿਖ, ਮੰਨੈ ਤੇ ਵਿਸ਼ਰਾਮ। ਨਾਨਕ ਭਵਹਿ, ਪੱਬਾ ਵਾਹ ਵਾਹ ਹੈ ਸਿਆਰੀ, ਭਵਹਿ ਬੋਲਣਾ, ਭਵਹਿ ਨਹੀਂ ਬੋਲਣਾ। ਨਾਨਕ ਭਵਹਿ ਨਾ ਭਿਖ, ਐ ਨਹੀਂ ਬੋਲਣਾ। ਭਵਹਿ ਨਾ ਭਿਖ, ਹਾਹਾ ਬੋਲਣਾ। ਅੱਜ ਕਈ ਵਾਰੀ ਅਸੀਂ ਦੇਖਦੇ ਵੀ ਹਾਹਾ ਕੋਈ ਬੁਲਾਉਂਦਾ ਨਹੀਂ, ਬਹੁਤ ਸਾਰੀ ਸੁਣਿਆ, ਬਹੁਤ ਵਾਰੀ ਸੁਣਦੇ ਆ ਵੀ ਬਾਣੀ ਦੇ ਵਿੱਚ ਹਾਹੇ ਲਾਸਟ ਵਾਲੇ ਹਾਹੇ ਨੂੰ ਸਿਆਰੀ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ। ਭਵੈ ਨਾ ਭਿੱਖਾਂ ਹੀ ਬੋਲਦੇ ਆ, ਨਹੀਂ ਹਾਹਾ ਬੋਲਣਾ। ਮੰਨੈ ਨਾਨਕ ਭਵਹਿ ਨਾ ਭਿਖ, ਜਿਸ ਦਾ ਅਰਥ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਗੁਰੂ ਨੂੰ ਮੰਨਣ ਵਾਲਾ ਹੋਰ ਕਿਸੇ ਤੋਂ ਭੀਖ ਨਹੀਂ ਮੰਗਦਾ। ਭਿੱਖ ਮੀਨਸ ਭੀਖ। ਹੋਰ ਕਿਸੇ ਨੂੰ ਗੁਰੂ ਜਾਣ ਕੇ ਆਪਣੀਆਂ ਮੰਗਾਂ ਉਸ ਤੋਂ ਨਹੀਂ ਮੰਗਦਾ। ਸਮਝੇ ਕਿ ਅੱਜ ਤੱਕ ਸਾਡੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਇਹ ਗੱਲ ਫੇਮਸ ਹੈ ਕਿ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਕਦੇ ਵੀ ਜਿਹੜਾ ਸਿੱਖ ਹੈ ਉਹ ਭਿਖਾਰੀ ਭੀਖ ਮੰਗਦਾ ਨਹੀਂ ਮਿਲੂਗਾ ਤੁਹਾਨੂੰ। ਸੋ ਇਸੇ ਕਰਕੇ ਕਿ ਜੋ ਸਿੱਖ ਦਾ ਹਮੇਸ਼ਾ ਭਰੋਸਾ ਵਾਹਿਗੁਰੂ ਦੇ ਉੱਤੇ ਲੱਗਿਆ ਰਹਿੰਦਾ ਤੇ ਜੋ ਉਹ ਮੰਗਦਾ ਹਮੇਸ਼ਾ ਵਾਹਿਗੁਰੂ ਪ੍ਰਮਾਤਮਾ ਕੋਲੋਂ ਹੀ ਮੰਗਦਾ। ਗੁਰੂ ਨਾਨਕ ਦੇਵ ਜੀ ਇਸ ਪੰਕਤੀ ਵਿੱਚ ਬਚਨ ਕਰਦੇ ਕਿ ਗੁਰੂ ਨੂੰ ਮੰਨਣ ਵਾਲਾ ਹੋਰ ਕਿਸੇ ਤੋਂ ਭੀਖ ਨਹੀਂ ਮੰਗਦਾ, ਭਾਵ ਹੋਰ ਕਿਸੇ ਨੂੰ ਗੁਰੂ ਜਾਣ ਕੇ ਆਪਣੀਆਂ ਮੰਗਾਂ ਵੀ ਨਹੀਂ ਉਸ ਤੋਂ ਮੰਗਦਾ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਸੇ ਅੱਗੇ ਜਾ ਕੇ ਵੀ ਨਹੀਂ ਹੱਥ ਅੱਡਦਾ, ਹੋਰ ਕਿਸੇ ਨੂੰ ਗੁਰੂ ਮੰਨ ਕੇ ਉਸ ਤੋਂ ਆਪਣੀਆਂ ਮੰਗਾਂ ਵੀ ਨਹੀਂ ਮੰਗਦਾ। ਐਸਾ ਨਾਮ ਨਿਰੰਜਨ ਹੋਏ, ਨਾਮ ਤੇ ਵਿਸ਼ਰਾਮ, ਨਿਰੰਜਨ ਬੋਲਣਾ, ਨਿਰੰਜਨ। ਐਸਾ ਨਾਮ ਨਿਰੰਜਨ ਹੋਏ। ਗੁਰੂ ਜੀ ਕਹਿੰਦੇ ਕਿ ਇਸ ਤਰ੍ਹਾਂ ਦਾ ਹੈ ਰੱਬ ਦਾ ਨਾਮ ਜਿਸ ਨੂੰ ਕੋਈ ਦਾਗ ਅਤੇ ਦੋਸ਼ ਨਹੀਂ ਹੈ। ਜੇ ਕੋ ਮਨ ਜਾਣੈ, ਮਨ ਕੋਏ, ਪਹਿਲਾ ਮਨ ਭਾਰਾ ਕਰਕੇ ਬੋਲਣਾ। ਮਨ ਮਤਲਬ ਮੰਨ ਲੈਣਾ, ਭਰੋਸਾ ਕਰ ਲੈਣਾ, ਮਨ ਆਪਣੇ ਹਿਰਦੇ ਦੇ ਵਿੱਚ, ਠੀਕ ਹੈ। ਜੇ ਕੋ ਮਨ ਜਾਣੈ ਮਨ ਕੋਏ, ਗੁਰੂ ਜੀ ਕਹਿੰਦੇ ਜੇ ਕੋਈ ਆਪਣੇ ਮਨ ਵਿੱਚ ਇਸ ਨੂੰ ਮੰਨ ਲੈਂਦਾ ਹੈ, ਇਸ ਗੱਲ ਨੂੰ ਮੰਨ ਲੈਂਦਾ ਹੈ, ਤਾਂ ਉਸ ਨੂੰ ਹੀ ਇਸ ਗੱਲ ਦੀ ਸਮਝ ਪੈਂਦੀ ਹੈ। ਇੱਥੋਂ ਤੱਕ ਆਪਾਂ 15 ਪੌੜੀਆਂ ਦੇ ਅਰਥ ਸਰਵਣ ਕੀਤੇ ਆ, ਉਚਾਰਨ, ਵਿਸ਼ਰਾਮ ਤੇ ਉਹਦੇ ਮੀਨਿੰਗ ਸਰਵਣ ਕੀਤੇ ਆਪਾਂ, ਠੀਕ ਹੈ ਜੀ, 15 ਪੌੜੀਆਂ ਦੇ। ਤਾਂ ਇਸ ਤੋਂ ਅੱਗੇ ਜਿਹੜੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਿਹੜੇ ਅਰਥ, ਵਿਚਾਰ, ਉਚਾਰਨ, ਵਿਸ਼ਰਾਮ ਜੋ ਆਪਾਂ ਅਗਲੇ ਪਾਰਟ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।